सतनाम वाहिगुरु साहिब जी। जन्मे का फल क्या गणी, जा हर भगत न पाओ। पैदा खादा बाद है, जा मन दूजा पाओ। जन्मे का फल क्या गणी, जा हर भगत ना पाओ। पैदा खादा बाद है, जा मन दूजा पाओ। वेखना सुनना झूठ है, मुख झूठा आलाओ। नानक नाम सलाहे तू, होर होमे आवो जाओ। वेखना सुनना झूठ है, मुख झूठा अलाओ। नानक नाम सलाहे तू, और होमे आवो जाओ। परम सन्मानयोग सतगुरां दी साजी निवाजी गुरु रूप गुरु प्यारे साध संगत जीओ, लड़ीवार आप जी श्लोक वारां ते वधीक दी विचार सरवण करदे आ रहे हो। धन सतगुरु गुरु नानक साहिब जी दे पवित्र मुखार बिंद तो उच्चारण किए हुए श्लोक 12 ते वधीक अंदर कुल 33 श्लोक ने। हुणे आप जी ने 11 नंबर श्लोक का पाठ सरवण किया है। पिछलेरे 10 श्लोकां के विचार आप जी सरवण कर सके हो। आओ जिस श्लोक का पाठ हुणे आप जी ने सरवण किया है, इस श्लोक की विचार आरंभ करने तो पहला कलगीधर पिता धन गुरु गोबिंद सिंह महाराज जी वालों बख्शिश की हुई प्यार भरी असीस गुरु फतेह नाल सान पाओ। सारे आखो जी वाहिगुरु जी का खालसा वाहिगुरु जी की फतेह। श्लोक की आरंभता विच गुरु नानक साहब जी बचन करते ने, जन्मे का फल क्या गणी, जा हर भगत ना पाओ। पातशाह साडे सानूं एक सवाल रखते ने, हे भाई, ये मनुखा जीवन प्राप्त करके तू केड़ा फल प्राप्त किया है, की लाहा लिया है। ये जो मनुखा जन्म सानू प्राप्त होया है, ये किसी मकसद वास्ते किसी प्रयोजन वास्ते मिलिया है, लाहा लैण वास्ते मिलिया है। जिसनू पातशाह आखदे ने बाणी अंदर, प्राणी तू आया लाहा लैन। ये मनुखा जन्म कुछ लाहा लैण वास्ते मिलिया है। ये मनुखा जन्म प्राप्त करके असी कुछ लाभ खटना है, कुछ लाहा लेना है, ताकि साडी जिंदगी का जिहड़ा मनोरथ है वो संपूर्ण हो जाए। मकसद के अंदर असी सफल हो सकीए, कामयाब हो सकीए। ते पातशाह आखदे ने कि किवें
ਇਹ ਮਨੁੱਖਾ ਜਨਮ ਅਸੀਂ ਪ੍ਰਾਪਤ ਕਰਕੇ ਕਿਵੇਂ ਸਫਲ ਹੋਣਾ ਹੈ, ਕਿਵੇਂ ਕਾਮਯਾਬ ਹੋਣਾ ਹੈ, ਕਿਵੇਂ ਇਸ ਮਨੁੱਖਾ ਜਨਮ ਦਾ ਅਸੀਂ ਲਾਹਾ ਪ੍ਰਾਪਤ ਕਰਨਾ ਹੈ। ਗੁਰਦੇਵ ਨਾਲ ਹੀ ਜਵਾਬ ਦਿੰਦੇ ਨੇ, ਜਨਮੇ ਕਾ ਫਲ ਕਿਆ ਗਣੀ, ਜਾਂ ਹਰ ਭਗਤ ਨਾ ਪਾਓ। ਇਹ ਭਾਈ ਤੋ ਮਨੁੱਖਾ ਜਨਮ ਪ੍ਰਾਪਤ ਕਰਕੇ ਕੀ ਕੀਤਾ? ਕਿਉਂਕਿ ਮਨੁੱਖਾ ਜਨਮ ਬੜਾ ਕੀਮਤੀ ਹੈ, बड़ा निर्मोलक है। कबीर मानस जन्म दुर्लभ है, होए ना बारे बार। ये मनुखा जन्म बड़ा कीमती है, पर इसका जिहड़ा लाहा है मनुखा जन्म का, जो असीं फल प्राप्त करना है, वो भी बड़ा कीमती है। क्योंकि जिन्नी चीज़ कीमती हुंदी है उहदा फल भी कीमती हुंदा है, उहदा लाहा भी कीमती हुंदा है। ਹੁਣ ਇਹ ਮਨੁੱਖਾ ਜੀਵਨ ਸਭ ਤੋਂ ਕੀਮਤੀ ਹੈ ਤੇ ਮਨੁੱਖਾ ਜਨਮ ਅਸੀਂ ਪ੍ਰਾਪਤ ਕਰਕੇ ਜੋ ਲਾਹਾ ਲੈਣਾ ਹੈ, ਜੋ ਫਲ ਪ੍ਰਾਪਤ ਕਰਨਾ ਹੈ, ਉਹ ਵੀ ਬੜਾ ਕੀਮਤੀ ਹੈ। ਹੁਣ ਪਾਤਸ਼ਾਹ ਆਖਦੇ ਨੇ ਉਹ ਫਲ ਕਿਵੇਂ ਮਿਲੇਗਾ, ਜ਼ਿੰਦਗੀ ਦਾ ਲਾਹਾ ਕਿਵੇਂ ਪ੍ਰਾਪਤ ਹੋਵੇਗਾ। ਹਾਜ਼ੂਰ ਆਖਦੇ ਨੇ, ਜਨਮੇ ਕਾ ਫਲ ਕਿਆ ਗਣੀ, ਜਾਂ ਹਰ ਭਗਤ ਨਾ ਪਾਓ। ਹੁਣ ਬਾਦਸ਼ਾਹ ਆਖਦੇ, ਤੂੰ ਰੱਬ ਦੀ ਭਗਤੀ ਨਹੀਂ ਕੀਤੀ, ਤੂੰ ਰੱਬ ਜੀ ਦੇ ਪ੍ਰੇਮ ਨੂੰ ਅੰਦਰ ਧਾਰਨ ਨਹੀਂ ਕੀਤਾ, ਰੱਬ ਜੀ ਨਾਲ ਪ੍ਰੇਮ ਨਹੀਂ ਕੀਤਾ, ਰੱਬ ਜੀ ਦੀ ਭਗਤੀ ਨਹੀਂ ਕੀਤੀ, ਜਿਸ ਦੇ ਨਾਲ ਮਨੁੱਖਾ ਜੀਵਨ ਅੰਦਰ ਲਾਹਾ ਮਿਲਣਾ ਸੀ। ਹੁਣ ਦੋ ਸ਼ਬਦ ਬਾਦਸ਼ਾਹ ਜੀ ਨੇ ਵਰਤੇ ਨੇ, ਇੱਕ ਭਗਤੀ ਤੇ ਦੂਸਰਾ ਪ੍ਰੇਮ। ਇਹਨਾਂ ਚੀਜ਼ਾਂ ਦੇ ਨਾਲ ਜ਼ਿੰਦਗੀ ਦਾ ਲਾਹਾ ਮਿਲਣਾ ਹੈ ਤੇ ਭਗਤੀ ਤੇ ਪ੍ਰੇਮ ਨੂੰ ਸਮਝਣ ਦਾ ਯਤਨ ਕਰਨਾ। ਹੁਣ ਭਗਤੀ ਦਾ ਅਰਥ ਇਹ ਨਹੀਂ ਕਿ ਜੋ ਸੰਸਾਰ ਦੇ ਲੋਕ ਕਰ ਰਹੇ ਨੇ, ਘਰ ਦਾ ਤਿਆਗ ਕਰਕੇ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਤਿਆਗ ਕੇ, ਜੰਗਲਾਂ ਵਿੱਚ ਪਹਾੜਾਂ ਵਿੱਚ ਜਿਨ੍ਹਾਂ ਨੇ ਸਮਾਧੀਆਂ ਲਾਈਆਂ ਹੋਈਆਂ ਨੇ, ਕਿਤੇ ਉਹ ਭਗਤੀ ਕਰ ਰਹੇ ਨੇ। ਗੁਰਮਤਿ ਵਿੱਚ ਐਸੀ ਭਗਤੀ ਪ੍ਰਵਾਨ ਨਹੀਂ। ਹਾਂ, ਭਗਤੀ ਕਰਨੀ ਜ਼ਰੂਰ ਹੈ, ਪਰ ਕਿਹੜੀ ਭਗਤੀ? ਹੁਣ ਪਾਤਸ਼ਾਹ ਆਖਦੇ ਨੇ ਕਿ ਰੱਬ ਜੀ ਦੇ ਗੁਣਾਂ ਨੂੰ ਚੇਤੇ ਕਰਨਾ ਅਤੇ ਰੱਬ ਜੀ ਦੇ ਗੁਣਾਂ ਨੂੰ ਜ਼ਿੰਦਗੀ ਅੰਦਰ ਢਾਲਣਾ, ਇਹ ਭਗਤੀ ਹੈ ਗੁਰਮਤਿ ਅੰਦਰ। ਕਿ ਗੁਣਾਂ ਨੂੰ ਯਾਦ ਕਰਨਾ ਤੇ ਗੁਣਾਂ ਨੂੰ ਜ਼ਿੰਦਗੀ ਵਿੱਚ ਅਪਣਾਉਣਾ, ਗੁਣਾਂ ਦਾ ਚਿੰਤਨ ਕਰਨਾ, ਗੁਣਾਂ ਦੀ ਸਿਫਤ ਸਲਾਹ ਕਰਨੀ ਤੇ ਉਹਨਾਂ ਗੁਣਾਂ ਨੂੰ ਆਪਣੇ ਅੰਦਰ ਧਾਰਨ ਕਰਨਾ, ਇਹ ਗੁਰਮਤਿ ਦੇ ਅੰਦਰ ਭਗਤੀ ਹੈ। ਗੁਰੂ ਨਾਨਕ ਸਾਹਿਬ ਜੀ ਦਾ ਅਸੀਂ ਪਾਵਨ ਬਚਨ ਜਪਜੀ ਸਾਹਿਬ ਦੇ ਅੰਦਰ ਪੜ੍ਹਨੇ ਹਾਂ। ਹਜ਼ੂਰ ਆਖਦੇ ਨੇ, ਵੇ ਨਾ ਗੁਣ ਕੀਤੇ ਭਗਤ ਨਾ ਹੋਏ। ਇਹ ਭਾਈ ਜੀ ਰੱਬ ਜੀ ਦੇ ਗੁਣਾਂ ਨੂੰ ਅੰਦਰ ਧਾਰਨ ਨਹੀਂ ਕੀਤਾ, ਸਤ, ਸੰਤੋਖ, ਦਇਆ, ਧਰਮ, ਧੀਰਜ, ਪਿਆਰ, ਨਿਮਰਤਾ, ਇਹਨਾਂ ਸ਼ੁਭ ਗੁਣਾਂ ਨੂੰ ਅੰਦਰ ਧਾਰਨ ਨਹੀਂ ਕੀਤਾ ਤੇ ਇਹਨਾਂ ਗੁਣਾਂ ਤੋਂ ਬਗੈਰ ਭਗਤੀ ਨਹੀਂ ਹੋ ਸਕਦੀ। ਤੇ ਪਖੰਡ ਵਾਲੀ ਭਗਤੀ ਦੇ ਨਾਲ ਉਸ ਮਾਲਕ ਅੰਦਰ ਅਭੇਦ ਨਹੀਂ ਹੋਇਆ ਜਾ ਸਕਦਾ। ਪਖੰਡ ਭਗਤ ਨਾ ਹੋਵੇ, ਪਾਰ ਬ੍ਰਹਮ ਨਾ ਪਾਇਆ ਜਾਏ। ਤੇ ਬਾਦਸ਼ਾਹ ਹੋਰ ਆਖਦੇ ਨੇ ਕਿ ਰੱਬ ਜੀ ਦੇ ਨਿਰਮਲ ਭਉ ਵਿੱਚ ਚੱਲਣਾ ਭਗਤੀ ਹੈ, ਰੱਬ ਜੀ ਦੇ ਗੁਣਾਂ ਨੂੰ ਧਾਰਨ ਕਰਨਾ ਭਗਤੀ ਹੈ। ਸਤਿਗੁਰਾਂ ਦਾ ਹੋਰ ਬਚਨ ਹੈ, ਵਿਨ ਭੈ ਭੈ ਭਗਤ ਨਾ ਹੋਈ। ਰੱਬ ਜੀ ਦੇ ਨਿਰਮਲ ਭਉ ਦੇ ਅੰਦਰ ਚੱਲਣ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ। ਕਹਿਣ ਤੋਂ ਭਾਵ ਕਿ ਪ੍ਰਭੂ ਦੇ ਨਿਰਮਲ ਭਉ ਵਿੱਚ ਚੱਲਣਾ, ਉਸ ਦੀ ਰਜ਼ਾ ਵਿੱਚ ਚੱਲਣਾ, ਉਸ ਦੇ ਹੁਕਮ ਵਿੱਚ ਚੱਲਣਾ, ਉਸ ਦੇ ਬਣਾਏ ਹੋਏ ਨਿਯਮਾਂ ਦੇ ਵਿੱਚ ਚੱਲਣਾ ਅਤੇ ਉਸ ਦੇ ਗੁਣਾਂ ਨੂੰ ਧਾਰਨ ਕਰਨਾ, ਇਹ ਗੁਰਮਤਿ ਦੇ ਅੰਦਰ ਭਗਤੀ ਹੈ। ਤੇ ਇਸ ਭਗਤੀ ਤੋਂ ਵਿਹੂਣਾ ਜਿਹੜਾ ਮਨੁੱਖ ਹੈ, ਇਸ ਭਗਤੀ ਤੋਂ ਖਾਲੀ ਜਿਹੜਾ ਮਨੁੱਖ ਹੈ,
गुरु तेग बहादुर सिंह महाराज आखते ने इस भगती तो बिना भाव कि जिसने रब जी के गुणों को धारण नहीं किया, रब जी के निर्मल भाव विच नहीं चलिया, पातशाह आखते ने वो मनुख सुकर ते सुआण दी न्याई है। नौवें पातशाह जी का श्लोक असीं पढ़ने हाँ। गुरुदेव सच्चे पातशाह आखते ने कि हे भाई कि प्रभु की भगती तो बिना जैसे शुक्र सुवान नानक मानो ताहे तन। आरंभता इत्थों हुंदी है, एक भगत भगवान जे प्राणी के ना ही मन। हे भाई जे रब जी की भगती नहीं साडे अंदर, गुण नहीं, ਉਹਦੇ निर्मल भाव विच नहीं चल रहे, ते भगती तो बगैर जीवन कैसा है। जैसे शुक्र सुवान नानक मानो ताहे तन। जिवें सूर ते कुत्ते का जीवन है, इसी तरह भगती तो बगैर सारा जीवन है। हुण पातशाह इत्थे आख रहे ने कि जन्म का फल ते ताही मिलेगा जे मनुखा जीवन असी प्राप्त करके रब जी के गुणों को धारण करांगे। ते रब जी के गुण ही इंसानियत वाले गुण ने। कहण तो भाव सौखे शब्दों में समझना होवे ते इंसान बन के इंसानियत के गुणों को धारण करना ये भगती है। इंसानियत के गुणों को धारण करना। सतगुरां का एक वचन आउंदा है बाणी अंदर, हजूर आखदे ने चंदन का फल चंदन वास। हुण चंदन दूसरियां लकड़ां दे नालों विलक्षण क्यों है? क्योंकि चंदन के अंदर सुगंधी है, शीतलता है। पर जे चंदन के अंदर सुगंधी खत्म हो जाए तो एक साधारण लकड़ बन जाएगी, क्योंकि ਉਹਦਾ गुण ਉਹਦੇ अंदरों खत्म हो गया है, सुगंधी का गुण। हजूर आखते हैं कि जे असी इंसान हाँ, साडे अंदरों इंसानियत के गुण खत्म हो जाएंगे तो फिर असी भी पशुओं वांगू बन जावांगे। करतूत पशु की मानस जात। जब बाबा कबीर साहब आखते ने नरू मरे नर काम ना आवे। जे इंसानियत अंदरों मर गई, इंसानियत वाले गुण अंदरों मर गए, आत्मिक जीवन अंदरों खत्म हो गया, तो की होएगा? नर काम ना आवे। वो नर वो मनुख किसी भी काम का नहीं, वो इंसान किसी भी काम का नहीं जिसके अंदरों इंसानियत के गुण खत्म हो गए ने। पशु मरे दस कार सवारे। जो पशु गुणा साडे अंदरों मर जाएगा तो उदों आप अनेकों के कारज सवार सकते हाँ, उदों किसी की सेवा कर सकते हाँ, किसी का कुछ सवार सकते हाँ। कदों जो साडे अंदरों पशुपना खत्म होएगा तो इंसानियत के गुण पैदा होंगे। ये भगती है। हुण जन्म तो कोई चोर नहीं हुंदा, जन्म तो कोई साधु नहीं हुंदा। जिसका धरती दे अंदर बीज बोया उदों ही उसनूं फल लगना नहीं शुरू हो जाता। ज्यों ज्यों उता वधदा है त्यों त्यों फल लगने शुरू होंदे ने। हुण पातशाह आखदे ने कि ज्यों ज्यों असी वध रहे हाँ त्यों त्यों साडी जिंदगी अंदर शुभ गुण भी नाल वधदे जाण, शुभ गुण भी साडी जिंदगी अंदर पैदा होंदे जाण। ते फिर की जिंदगी का लाहा मिलता रहेगा। जे उम्र तो बहुत हो गई है, जिंदगी का समा तो बड़ा बतीत हो गया है, पर जिंदगी में शुभ गुणों का फल नहीं लगा। ते बादशाह आखदे फिर जिंदगी का लाहा प्राप्त नहीं हो सकता। लाहा तां ही प्राप्त होवेगा जिस साडे अंदर शुभ गुण वध रहे हैं, क्योंकि गुणों विचों आनंद मिलता है। जिन्ने गुण होणगे जिंदगी अंदर उन्ना आनंद होएगा, जिन्ने अवगुण होणगे जिंदगी अंदर उन्ने बंधन होणगे, उन्ना अंदर दुखी होएगा। जिन्ने ऐब, जिन्नियां बुराइयां, जिन्ने विकार, उन्नी जिंदगी नरक होवेगी।
ਤੇ ਜਿੰਨੇ ਗੁਣ ਹੋਣਗੇ ਅੰਦਰ, ਉਨੀ ਹੀ ਜ਼ਿੰਦਗੀ ਸਵਰਗ ਹੋਵੇਗੀ। ਇਸ ਨੂੰ ਕਹਿੰਦੇ ਨੇ ਜਨਮੇ ਕਾ ਫਲ ਕਿਆ ਗਣੀ, ਜਾ ਹਰ ਭਗਤ ਨਾ ਭਾਓ। ਤੂੰ ਰੱਬ ਦੀ ਭਗਤੀ ਵੀ ਨਹੀਂ ਕੀਤੀ ਤੇ ਅੱਗੇ ਆਖਦੇ ਤੂੰ ਅੰਦਰ ਪ੍ਰੇਮ ਦੇ ਗੁਣ ਨੂੰ ਨਹੀਂ ਧਾਰਨ ਕੀਤਾ, ਪ੍ਰੇਮ ਵੀ ਨਹੀਂ ਕੀਤਾ। ਹੁਣ ਪਿਆਰ ਵਿੱਚ ਆਨੰਦ ਹੈ, ਈਰਖਾ ਇਸ ਤੋਂ ਵਿਰੋਧੀ, ਈਰਖਾ ਨਫ਼ਰਤ, ਉਹਦੇ ਅੰਦਰ ਦੁੱਖ ਹੈ, ਸਾੜਾ ਹੈ। ਜਿੱਥੇ ਪ੍ਰੇਮ ਹੈ ਉੱਥੇ ਸੁੱਖ ਹੈ, ਜਿੱਥੇ ਪ੍ਰੇਮ ਹੈ ਉੱਥੇ ਆਨੰਦ ਹੈ। ਤੇ ਹੁਣ ਰੱਬ ਨਾਲ ਪ੍ਰੇਮ ਕਰਨ ਤੋਂ ਭਾਵ ਕੀ? ਕਿਉਂਕਿ ਰੱਬ ਸਰਬ ਵਿਆਪਕ ਹੈ। ਘਟ ਘਟ ਮੈਂ ਹਰ ਜੂ ਵਸੈ, ਜਾ ਬਲਿਹਾਰੀ ਕੁਦਰਤ ਵਸਿਆ। ਉਹ ਸਾਰਿਆਂ ਘਟਾਂ ਵਿੱਚ ਵਸ ਰਿਹਾ ਹੈ, ਉਹ ਸਾਰੀ ਕੁਦਰਤ ਵਿੱਚ ਵਸ ਰਿਹਾ ਹੈ, ਜ਼ਰੇ ਜ਼ਰੇ ਵਿੱਚ ਵਸ ਰਿਹਾ ਹੈ। ਰੱਬ ਦੀ ਬਣਾਈ ਹੋਈ ਕੁਦਰਤ ਨਾਲ ਪ੍ਰੇਮ ਕਰਨਾ, ਰੱਬ ਦੇ ਬਣਾਏ ਹੋਏ ਜੀਵਾਂ ਦੇ ਨਾਲ ਪ੍ਰੇਮ ਕਰਨਾ, ਇਸ ਨੂੰ ਕਹਿੰਦੇ ਨੇ ਰੱਬ ਨਾਲ ਪ੍ਰੇਮ ਕਰਨਾ, ਰੱਬ ਨਾਲ ਪਿਆਰ ਕਰਨਾ। ਉਹ ਲਾਹਾ ਲੈ ਲੈਂਦੇ ਨੇ ਜ਼ਿੰਦਗੀ ਦਾ, ਉਹ ਜ਼ਿੰਦਗੀ ਦਾ ਆਨੰਦ ਲੈ ਲੈਂਦੇ ਨੇ ਜਿਹੜੇ ਸਭ ਨਾਲ ਪ੍ਰੇਮ ਕਰਦੇ ਨੇ, ਸਾਰਿਆਂ ਦੇ ਨਾਲ ਪਿਆਰ ਕਰਦੇ ਨੇ। ਉਹ ਜ਼ਿੰਦਗੀ ਦਾ ਅਸਲ ਵਿੱਚ ਲਾਹਾ ਲੈਂਦੇ ਨੇ। ਤੇ ਜਿਹੜੇ ਮਨੁੱਖ ਧੜੇਬਾਜ਼ੀਆਂ ਅੰਦਰ, ਜਾਤ ਪਾਤ ਅੰਦਰ, ਅਮੀਰ ਗਰੀਬ ਅੰਦਰ, ਛੋਟੇ ਵੱਡੇ ਅੰਦਰ, ਰੰਗ ਨਸਲ ਅੰਦਰ ਹੀ ਫਸੇ ਹੋਏ ਨੇ, ਉਹ ਜ਼ਿੰਦਗੀ ਦਾ ਲਾਹਾ ਨਹੀਂ ਲੈ ਸਕਦੇ, ਆਨੰਦ ਨਹੀਂ ਲੈ ਸਕਦੇ। ਆਨੰਦ ਤੇ ਉਹ ਲੈਂਦੇ ਨੇ ਜਿਹੜੇ ਆਖਦੇ ਨੇ ਕਿ ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ। ਆਨੰਦ ਤੇ ਉਹ ਲੈਂਦੇ ਨੇ ਜੋ ਇਹ ਆਖਦੇ ਨੇ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਨ ਆਈ। ਆਨੰਦ ਉਹ ਲੈਂਦੇ ਨੇ। ਇਹ ਹੈ ਜ਼ਿੰਦਗੀ ਦਾ ਆਨੰਦ, ਰੱਬੀ ਗੁਣਾਂ ਨੂੰ ਧਾਰਨ ਕਰਨਾ, ਜਿਸ ਨੂੰ ਭਗਤੀ ਆਖਦੇ ਨੇ। ਰੱਬ ਦੀ ਕੁਦਰਤ ਦੇ ਨਾਲ, ਜਿਸ ਵਿੱਚ ਪ੍ਰਭੂ ਸਰਬ ਵਿਆਪਕ ਹੈ, ਉਸ ਨਾਲ ਪ੍ਰੇਮ ਕਰਨਾ, ਇਸ ਨੂੰ ਕਹਿੰਦੇ ਨੇ ਰੱਬ ਨਾਲ ਪ੍ਰੇਮ ਕਰਨਾ। ਜਦੋਂ ਇਹ ਦੋ ਗੁਣ ਜ਼ਿੰਦਗੀ ਅੰਦਰ ਆ ਜਾਣਗੇ, ਪ੍ਰੇਮ ਦਾ, ਭਗਤੀ ਦਾ, ਪ੍ਰੇਮਾ ਭਗਤੀ ਦਾ, ਤੇ ਉਦੋਂ ਇਸ ਮਨੁੱਖਾ ਜਨਮ ਦਾ ਸਾਨੂੰ ਲਾਹਾ ਮਿਲ ਜਾਏਗਾ, ਮਨੁੱਖਾ ਜਨਮ ਦਾ ਲਾਭ ਮਿਲੇਗਾ, ਮਨੁੱਖਾ ਜਨਮ ਦਾ ਫਾਇਦਾ ਮਿਲੇਗਾ। ਨਹੀਂ ਤੇ ਹਜੇ ਮਨੁੱਖਾ ਜਨਮ ਅਸੀਂ ਲੈ ਕੇ ਨੁਕਸਾਨ ਵਾਲੇ ਪਾਸੇ ਜਾ ਰਹੇ ਹਾਂ, ਨੁਕਸਾਨ ਹੋ ਰਿਹਾ ਹੈ। ਇੰਨਾ ਕੀਮਤੀ ਜਨਮ ਨਹੀਂ ਹੈ ਸਾਡੇ ਕੋਲ, ਪਰ ਇਹਦਾ ਲਾਹਾ ਲੈਣਾ ਨਹੀਂ ਆ ਰਿਹਾ। ਲਾਹਾ ਅਸੀਂ ਗਲਤ ਲੈ ਰਹੇ ਹਾਂ, ਕਿਉਂਕਿ ਲਾਹਾ ਲੈਣ ਦੀ ਜ਼ਾਤ ਨਹੀਂ, ਜਿਸ ਚੀਜ਼ ਨੂੰ ਵਰਤਣ ਦੀ ਜ਼ਾਤ ਨਾ ਹੋਵੇ, ਉਹ ਚੀਜ਼ ਸਾਡੇ ਵਾਸਤੇ ਦੁਖਦਾਈ ਬਣ ਜਾਂਦੀ ਹੈ। ਤੇ ਜਿਸ ਚੀਜ਼ ਨੂੰ ਵਰਤਣ ਦੀ ਜ਼ਾਤ ਆ ਗਈ, ਤੇ ਉਹ ਚੀਜ਼ ਸਾਡੇ ਵਾਸਤੇ ਸੁਖਦਾਈ ਬਣ ਜਾਂਦੀ ਹੈ। ਕੋਈ ਵੀ ਚੀਜ਼ ਹੈ, ਜੇ ਗੱਡੀ ਹੈ, ਜੇ ਸਹੀ ਵਰਤਣੀ ਆ ਰਹੀ ਹੈ, ਸਹੀ ਚਲਾਣੀ ਆ ਰਹੀ ਹੈ, ਸੁਖਦਾਈ ਹੈ। ਜੇ ਚਲਾਣੀ ਨਹੀਂ ਆ ਰਹੀ, ਜੇ ਗਲਤ ਵਰਤੋਂ ਕਰ ਰਹੇ ਹਾਂ, ਉਹੀ ਚੀਜ਼ ਦੁਖਦਾਈ ਹੈ। ਇਸੇ ਤਰ੍ਹਾਂ ਜ਼ਿੰਦਗੀ ਹੈ। ਜਿਸਨੇ ਗੁਰੂ ਜੀ ਦੀ ਮੱਤ ਲੈ ਕੇ, ਵਿਚਾਰ ਲੈ ਕੇ ਜਿਉਣਾ ਸਿੱਖ ਲਿਆ ਹੈ, ਉਹ ਲਾਹਾ ਲੈ ਲੈਂਦੇ ਨੇ। ਤੇ ਜਿਸਨੇ ਗੁਰੂ ਦੀ ਮੱਤ ਨਹੀਂ ਲਈ, ਉਹ ਇਸੇ ਜ਼ਿੰਦਗੀ ਦੇ ਵਿੱਚੋਂ ਦੁੱਖ ਪ੍ਰਾਪਤ ਕਰਦੇ ਨੇ। ਉਹਨਾਂ ਦੀ ਜ਼ਿੰਦਗੀ ਦੁਖਦਾਈ ਹੋ ਜਾਂਦੀ ਹੈ। ਜ਼ਿੰਦਗੀ ਤੇ ਜ਼ਿੰਦਗੀ ਹੈ, ਜੀਵਨ ਤੇ ਜੀਵਨ ਹੈ, ਪਰ ਜਿਸ ਕੋਲ ਗੁਰੂ ਦੀ ਮੱਤ ਹੈ, ਉਹ ਲਾਹਾ ਲੈਂਦਾ ਹੈ, ਜ਼ਿੰਦਗੀ ਅੰਦਰੋਂ ਆਨੰਦ ਸੁੱਖ ਲੈਂਦਾ ਹੈ। ਤੇ ਜਿਸ ਦੇ ਕੋਲ ਗੁਰੂ ਦੀ ਮੱਤ ਨਹੀਂ, ਇਹ ਜ਼ਿੰਦਗੀ ਜਿਉਣੀ ਨਹੀਂ ਆਈ, ਉਹ ਪਲ ਪਲ ਦੁਖੀ ਹੁੰਦਾ ਹੈ। ਕਲੇਸ਼ ਵਿੱਚ, ਚਿੰਤਾ ਵਿੱਚ, ਦੁੱਖ ਵਿੱਚ, ਕ੍ਰੋਧ ਵਿੱਚ, ਗੁੱਸੇ ਵਿੱਚ, ਹੰਕਾਰ ਵਿੱਚ, ਈਰਖਾ ਨਫ਼ਰਤ ਵਿੱਚ ਉਹ
ਇਸ ਤਰ੍ਹਾਂ ਜ਼ਿੰਦਗੀ ਜਿਉ ਰਿਹਾ ਹੈ ਤੇ ਇਸ ਤਰ੍ਹਾਂ ਜ਼ਿੰਦਗੀ ਜਿਉਇਆ ਲਾਭ ਨਹੀਂ ਮਿਲਦਾ, ਨੁਕਸਾਨ ਹੁੰਦਾ ਹੈ, ਹਾਨੀ ਹੁੰਦੀ ਹੈ, ਘਾਟਾ ਪੈਂਦਾ ਹੈ। ਇਸ ਨੂੰ ਆਖਦੇ ਨੇ ਕਿ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਹੀਰੇ ਵਰਗਾ ਕੀਮਤੀ ਜਨਮ ਕੌਡੀਆਂ ਦੀ ਭਾਵ ਜਾ ਰਿਹਾ, ਭਾਵ ਲਾਹਾ ਨਹੀਂ ਲੈ ਰਹੇ। ਤੇ ਲਾਹਾ ਕਿਵੇਂ ਮਿਲਣਾ ਹੈ? ਜਿਤ ਸੇਵਿਆ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ। ਜਿਤ ਕੀਤਾ ਪਾਈਏ ਆਪਣਾ ਸਭ ਘਾਲ ਬੁਰੀ ਕਿਉ ਘਾਲੀਏ। ਮੰਦਾ ਮੋਹ ਨਾ ਕੀਚੇ ਦੇ ਲੰਮੀ ਨਦਰ ਨਿਹਾਲੀਏ। ਜੇ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਟਾਲੀਏ। ਕਿ ਹਾਰੀਏ ਨਾ ਜ਼ਿੰਦਗੀ ਅੰਦਰ, ਲਾਹਾ ਲਈਏ ਜ਼ਿੰਦਗੀ ਦਾ, ਕਿਉਂਕਿ ਲਾਹਾ ਲੈਣ ਵਾਸਤੇ ਆਏ ਹਾਂ। ਅਸੀਂ ਵਪਾਰੀ ਬਣ ਕੇ ਇਸ ਜਗਤ ਵਿੱਚ ਲਾਹਾ ਲੈਣ ਵਾਸਤੇ ਆਏ ਹਾਂ ਕਿ ਜ਼ਿੰਦਗੀ ਮਿਲੀ ਹੈ, ਇਹਦਾ ਪੂਰਾ ਲਾਹਾ ਲੈ ਲਈਏ। ਸੋ ਗੁਰੂ ਸਾਹਿਬ ਆਖਦੇ ਨੇ ਕਿ ਜਿਸ ਦੇ ਅੰਦਰ ਭਗਤੀ ਹੈ, ਪ੍ਰੇਮ ਹੈ, ਉਹ ਜ਼ਿੰਦਗੀ ਦਾ ਲਾਹਾ ਲੈਂਦਾ ਹੈ। ਤੇ ਅੱਗੇ ਬਖਸ਼ਿਸ਼ ਕਰਦੇ ਨੇ, ਪੈਦਾ ਖਾਦਾ ਬਾਦ ਹੈ ਜਾ ਮਨ ਦੂਜਾ ਭਾਉ। ਜੇ ਪ੍ਰੇਮ ਨਹੀਂ ਅੰਦਰ, ਭਗਤੀ ਨਹੀਂ, ਤੇ ਹਜ਼ੂਰ ਆਖਦੇ ਨੇ ਤੇਰਾ ਖਾਨਣਾ ਤੇਰਾ ਪਹਿਨਣਾ ਸਭ ਵਿਅਰਥ ਹੈ, ਕਿਉਂਕਿ ਤੇਰੇ ਮਨ ਅੰਦਰ ਦੂਜਾ ਭਾਉ ਹੈ। ਦੂਜੇ ਭਾਉ ਦਾ ਅਰਥ ਅੰਦਰ ਰੱਬੀ ਪ੍ਰੇਮ ਨਹੀਂ, ਰੱਬੀ ਪਿਆਰ ਨਹੀਂ, ਅੰਦਰ ਮਾਇਆ ਦਾ ਮੋਹ ਹੈ। ਮਾਇਆ ਦੇ ਮੋਹ, ਮਾਇਆ ਤੋਂ ਭਾਵ ਇਹ ਸਭ ਕੁਝ, ਮਾਇਆ ਤੋਂ ਭਾਵ ਉਹ ਸੋਚ ਸਾਡੀ ਜਿਹੜੀ ਸਾਨੂੰ ਰੱਬ ਤੋਂ ਦੂਰ ਲੈ ਕੇ ਜਾਂਦੀ ਹੈ। ਇਹ ਮਾਇਆ ਜਿਤ ਹਰ ਵਿਸਰੇ ਮੂੰਹ ਉਪਜੈ ਭਾਉ ਦੂਜਾ ਲਾਇਆ। ਭਾਵ ਸਾਡੀ ਉਹ ਸੋਚ, ਸਾਡੇ ਅੰਦਰ ਦੂਜਾ ਭਾਉ ਹੈ ਜਿਹੜੀ ਸੋਚ ਸਾਨੂੰ ਰੱਬ ਤੋਂ ਦੂਰ ਲੈ ਕੇ ਜਾ ਰਹੀ ਹੈ। ਬਾਹਰ ਦੀ ਮਾਇਆ ਦੂਰ ਲੈ ਕੇ ਨਹੀਂ ਜਾਂਦੀ, ਬਾਹਰ ਦੇ ਪਦਾਰਥ ਸਾਨੂੰ ਰੱਬ ਤੋਂ ਦੂਰ ਲੈ ਕੇ ਨਹੀਂ ਜਾਂਦੇ। ਨਹੀਂ, ਸਾਡੀ ਸੋਚ ਹੀ ਜੋ ਮਾਇਆ ਦੀ ਪ੍ਰਥਾਏ ਹੈ, ਜੋ ਸੰਸਾਰ ਦੀ ਪ੍ਰਥਾਏ ਅਸੀਂ ਸੋਚ ਬਣਾਈ ਹੋਈ ਹੈ, ਉਹ ਸੋਚ ਹੀ ਸਾਨੂੰ ਰੱਬ ਤੋਂ ਦੂਰ ਲੈ ਕੇ ਜਾਂਦੀ ਹੈ। ਇਸ ਨੂੰ ਆਖਦੇ ਨੇ ਦੂਜਾ ਭਾਉ। ਜਿਹੜੀ ਸੋਚ ਸਾਨੂੰ ਰੱਬ ਤੋਂ ਦੂਰ ਲੈ ਕੇ ਜਾਏ, ਜਿਹੜੀ ਸੋਚ ਸਾਡੇ ਮੂਲ ਤੋਂ ਸਾਨੂੰ ਤੋੜ ਦੇਵੇ। ਇਸ ਕਰਕੇ ਹਜ਼ੂਰ ਆਖਦੇ ਨੇ ਪੈਦਾ ਖਾਦਾ ਬਾਦ ਹੈ। ਬਾਦ ਦਾ ਅਰਥ ਵਿਅਰਥ। ਤੇਰੇ ਵਾਸਤੇ ਉਹ ਖਾਣਾ ਤੇ ਪਹਿਨਣਾ ਵਿਅਰਥ ਹੈ, ਕਿਉਂਕਿ ਤੇਰੇ ਅੰਦਰ ਦੂਜਾ ਭਾਉ ਹੈ। ਹੁਣ ਦੂਜਾ ਭਾਉ ਹੋਣ ਦੇ ਨਾਲ ਜ਼ਿੰਦਗੀ ਅੰਦਰ ਆਨੰਦ ਨਹੀਂ, ਸੁੱਖ ਨਹੀਂ। ਇਸ ਕਰਕੇ ਖਾਣ ਦੇ ਨਾਲ ਵੀ ਸਦੀਵੀ ਆਨੰਦ ਪ੍ਰਾਪਤ ਨਹੀਂ ਹੁੰਦਾ, ਲਾਹਾ ਨਹੀਂ ਮਿਲਦਾ। ਬੰਦਾ ਕਹਿੰਦਾ ਵਧੀਆ ਖਾਈਏ ਤੇ ਤਾਂ ਲਾਹਾ ਮਿਲੇਗਾ, ਵਧੀਆ ਪਹਿਨੀਏ ਤਾਂ ਲਾਹਾ ਮਿਲੇਗਾ। ਪਾਤਸ਼ਾਹ ਕਹਿੰਦੇ ਨੇ ਨਹੀਂ, ਲਾਹਾ ਤੇ ਪ੍ਰੇਮਾ ਭਗਤੀ ਨਾਲ ਮਿਲਣਾ ਹੈ, ਰੱਬੀ ਗਿਆਨ ਦੇ ਨਾਲ ਮਿਲਣਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਸ਼ਲੋਕ ਹਜ਼ੂਰ ਆਖਦੇ ਨੇ, ਕਿਆ ਖਾਦੇ ਕਿਆ ਪੈਦੇ ਹੋਏ ਜਾ ਮਨ ਨਾਹੀ ਸੱਚਾ ਸੋਏ। ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਜ ਸੁਖਾਲੀ, ਕੀਜੈ ਭੋਗ ਬਿਲਾਸ। ਕਿਆ ਲਸ਼ਕਰ ਕਿਆ ਨੇਕ ਵਾਸੀ, ਆਵੇ ਮਹਿਲੀ ਵਾਸ। ਨਾਨਕ ਸੱਚੇ ਨਾਮਿਨ ਸਭੇ ਢੋਲ ਵਿਨਾਸ਼। ਹੁਣ ਸਾਰਾ ਕੁਝ ਜ਼ਿਕਰ ਕੀਤਾ ਹੈ, ਖਾਣ ਦਾ, ਪਹਿਨਣ ਦਾ, ਮਹਿਲਾਂ ਦਾ, ਭੋਗਾਂ ਦਾ, ਤੇ ਨੌਕਰਾਂ ਚਾਕਰਾਂ ਦਾ, ਫੌਜਾਂ ਦਾ। ਹੁਣ ਪਾਤਸ਼ਾਹ ਆਖਦੇ ਨੇ ਨਾਮ ਤੋਂ ਬਿਨਾਂ, ਪ੍ਰੇਮਾ ਭਗਤੀ ਤੋਂ ਬਿਨਾਂ, ਰੱਬੀ ਗਿਆਨ ਤੋਂ ਬਿਨਾਂ ਇਹ ਸਭ ਕੁਝ ਵਿਅਰਥ ਹੈ। ਇਹਨਾਂ ਚੀਜ਼ਾਂ ਅੰਦਰੋਂ ਸਰੀਰੀ ਆਨੰਦ ਨਹੀਂ ਮਿਲਦਾ, ਜ਼ਿੰਦਗੀ ਦਾ ਲਾਹਾ ਨਹੀਂ ਮਿਲ ਸਕਦਾ ਇਹਨਾਂ ਚੀਜ਼ਾਂ ਅੰਦਰੋਂ। ਜੇ ਬਾਹਰਲੀਆਂ ਚੀਜ਼ਾਂ ਨਾਲ ਲਾਹਾ ਮਿਲਦਾ ਹੋਵੇ ਤੇ ਫਿਰ ਅਮੀਰਾਂ ਨੂੰ ਬਹੁਤਾ ਮਿਲੇ। ਹੁਣ ਪਾਤਸ਼ਾਹ ਕਹਿੰਦੇ ਨਹੀਂ, ਅਮੀਰ ਵੀ ਦੁਖੀ ਹੈ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਸਾਰੀ ਸ੍ਰਿਸ਼ਟੀ ਜਿਸ ਦਾ ਰਾਜਾ, ਜਿਸ ਦੇ ਕੋਲ ਸਭ ਕੁਝ ਹੈ, ਪਰ ਉਹ ਵੀ ਦੁਖੀ ਹੈ ਜ਼ਿੰਦਗੀ ਅੰਦਰ, ਲਾਹਾ ਨਹੀਂ ਲੈ ਰਿਹਾ। ਕਿਉਂ? ਕਿਉਂਕਿ ਪ੍ਰਭੂ ਦੇ ਨਾਮ ਦੀ ਸਮਝ ਨਹੀਂ, ਗਿਆਨ ਦੀ ਸਮਝ ਨਹੀਂ।
ਇੱਕ ਸਾਰੀ ਸ੍ਰਿਸ਼ਟੀ ਦਾ ਰਾਜਾ ਜਿਸ ਨੂੰ ਨਾਮ ਦੀ ਸਮਝ ਨਹੀਂ, ਰੱਬ ਜੀ ਦੇ ਹੁਕਮ ਦੀ ਸਮਝ ਨਹੀਂ, ਉਹ ਦੁਖੀ ਹੈ। ਪਰ ਦੂਜੇ ਪਾਸੇ ਝੋਪੜੀ ਅੰਦਰ ਰਹਿਣ ਵਾਲਾ ਇੱਕ ਬਾਹਰਲੇ ਪੱਖ ਤੋਂ ਗਰੀਬ ਇਨਸਾਨ ਜਿਸ ਨੂੰ ਨਾਮ ਦੀ ਸਮਝ ਹੈ ਤੇ ਝੋਪੜੀ ਵਿੱਚ ਵੀ ਸੁਖੀ ਹੈ। ਪਾਤਸ਼ਾਹ ਬਾਣੀ ਅੰਦਰ ਕਿਰਪਾ ਕਰਦੇ ਨੇ, ਬਸਤਾ ਟੂਟੀ ਝੋਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੂ ਉਦਿਆਨ ਪਰ ਮਿੰਨਾ, ਮਿੱਤਰ ਨਾ ਇਟ ਤਨ ਰੂਪਹੀਨ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਜਿਸ ਦਾ ਮਨ ਉਹਦੇ ਨਾਮ ਵਿੱਚ ਭਿੱਜਾ ਹੋਇਆ ਹੈ, ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਤਿਨਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ, ਜਿਨ੍ਹਾਂ ਦੀ ਸੁਰਤ ਗਿਆਨ ਵਿੱਚ ਟਿਕੀ ਹੈ, ਨਾਮ ਵਿੱਚ ਟਿਕੀ ਹੋਈ ਹੈ, ਉਹਨਾਂ ਵਾਸਤੇ ਮਾਇਆ ਵੀ ਚੰਗੀ ਹੈ, ਖਾਣਾ ਪਹਿਨਣਾ ਸਭ ਕੁਝ ਚੰਗਾ ਹੈ, ਕਿਉਂਕਿ ਸੁਰਤ ਨਾਮ ਵਿੱਚ ਹੈ, ਸੁਰਤ ਉਸ ਦੀ ਰਜ਼ਾ ਵਿੱਚ ਹੈ, ਸੁਰਤ ਉਸ ਦੇ ਹੁਕਮ ਵਿੱਚ ਹੈ, ਦੋਨਾਂ ਵਾਸਤੇ ਸਭ ਪ੍ਰਵਾਨ ਹੈ। ਪਰ ਜਿਨ੍ਹਾਂ ਦੀ ਸੁਰਤ ਟੁੱਟੀ ਹੈ ਸਭ ਕੁਝ ਹੈ ਬਾਹਰ, ਪਦਾਰਥ ਬਹੁਤ ਨੇ, ਪਰ ਜੇ ਨਾਮ ਦੀ ਸਮਝ ਨਹੀਂ, ਗਿਆਨ ਦੀ ਜ਼ਿੰਦਗੀ ਅੰਦਰ ਸਮਝ ਨਹੀਂ ਕਿ ਮਨ ਨੂੰ ਕਿਵੇਂ ਸ਼ਾਂਤ ਰੱਖਣਾ ਹੈ, ਆਪਣੇ ਆਪ ਨੂੰ ਕਿਵੇਂ ਸਹਿਜ ਵਿੱਚ ਰੱਖਣਾ ਹੈ, ਜੇ ਜ਼ਿੰਦਗੀ ਦਾ ਗਿਆਨ ਨਹੀਂ, ਆਤਮਿਕ ਜੀਵਨ ਦਾ ਗਿਆਨ ਨਹੀਂ, ਤਾਂ ਸੁਖੀ ਨਹੀਂ ਹੋ ਸਕਦੇ। ਅੰਦਰ ਦੀ ਸ਼ਾਂਤੀ ਵਾਸਤੇ, ਅੰਦਰ ਦੇ ਸਹਿਜ ਵਾਸਤੇ, ਅੰਦਰ ਦੇ ਗਿਆਨ ਵਾਸਤੇ ਆਤਮਿਕ ਗਿਆਨ ਚਾਹੀਦਾ ਹੈ। ਤੇ ਪਾਤਸ਼ਾਹ ਅੱਗੇ ਰਹਿਮਤ ਕਰਦੇ ਨੇ, ਵੇਖਣ ਸੁਣਨਾ ਝੂਠ ਹੈ, ਮੁਖ ਝੂਠਾ ਆਲਾਓ। ਉਹ ਜੋ ਕੁਝ ਵੀ ਦੇਖ ਰਹੇ ਨੇ ਮਨ ਦੀ ਮਤ ਮੁਤਾਬਕ, ਦੂਜੇ ਭਾਵ ਦੇ ਅੰਦਰ ਗਿਆਨ ਤੋਂ ਸਖਣੇ, ਪ੍ਰੇਮਾ ਭਗਤੀ ਤੋਂ ਸਖਣੇ, ਜੋ ਵੀ ਦੇਖਦੇ ਨੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਦਾ ਵੇਖਣਾ ਝੂਠ ਹੈ, ਉਹਨਾਂ ਦਾ ਸੁਣਨਾ ਝੂਠ ਹੈ, ਉਹਨਾਂ ਦਾ ਬੋਲਣਾ ਝੂਠ ਹੈ। ਕਿਉਂ? ਕਿਉਂਕਿ ਮਾਇਆ ਨੂੰ ਦੇਖ ਕੇ ਬੋਲ ਰਹੇ ਨੇ, ਮਾਇਆ ਦੀਆਂ ਗੱਲਾਂ ਕਰ ਰਹੇ ਨੇ, ਮਾਇਆ ਨੂੰ ਸੁਣ ਕੇ ਬੋਲ ਰਹੇ ਨੇ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਝੂਠ ਹੈ, ਕਿਉਂਕਿ ਸੁਰਤ ਜੇ ਨਾਮ ਵਿੱਚ ਨਹੀਂ ਟਿਕੀ, ਗਿਆਨ ਵਿੱਚ ਨਹੀਂ ਟਿਕੀ, ਫਿਰ ਅੱਖਾਂ ਸੱਚ ਦੇਖ ਨਹੀਂ ਸਕਦੀਆਂ, ਕੰਨ ਸੱਚ ਸੁਣ ਨਹੀਂ ਸਕਦੇ, ਰਸਨਾ ਸੱਚ ਬੋਲ ਨਹੀਂ ਸਕਦੀ, ਕਿਉਂਕਿ ਬੋਲਨੇ ਉਹ ਹਾਂ ਜੋ ਕੁਝ ਸਾਨੂੰ ਬਾਹਰ ਦਿਸ ਰਿਹਾ ਹੈ। ਪਾਤਸ਼ਾਹ ਬਾਣੀ ਵਿੱਚ ਆਖਦੇ ਨੇ, ਅੰਮ੍ਰਿਤ ਬੋਲੇ ਸਦਾ ਮੁਖ ਬੈਣੀ। ਜਿਸ ਦੀ ਸੁਰਤ ਗਿਆਨ ਵਿੱਚ ਹੈ ਨਾ, ਉਹਨਾਂ ਦੇ ਵਚਨ ਅੰਮ੍ਰਿਤ ਭਰੇ ਨੇ, ਬੜੇ ਚੰਗੇ ਨੇ, ਬੜੇ ਸ੍ਰੇਸ਼ਟ ਨੇ। ਨਹੀਂ ਤੇ ਮਨੁੱਖ ਮਾਇਆ ਦੀ ਗੱਲਾਂ ਕਰ ਰਿਹਾ ਹੈ, ਪਦਾਰਥਾਂ ਦੀਆਂ ਗੱਲਾਂ ਕਰ ਰਿਹਾ ਹੈ, ਪਦਾਰਥਾਂ ਨੂੰ ਦੇਖ ਰਿਹਾ ਹੈ, ਪਦਾਰਥਾਂ ਦੀਆਂ ਗੱਲਾਂ ਹੀ ਸੁਣ ਰਿਹਾ ਹੈ। ਪਰ ਪਦਾਰਥਵਾਦ ਤੋਂ, ਮਾਇਆ ਤੋਂ ਬਾਹਰ ਨਿਕਲ ਕੇ ਇਹ ਨਾ ਕੁਝ ਸੁਣ ਰਿਹਾ ਹੈ। ਇਸ ਨੂੰ ਪਾਤਸ਼ਾਹ ਆਖਦੇ ਨੇ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਝੋਲਾ। ਕਿਉਂਕਿ ਆਤਮਿਕ ਜੀਵਨ ਵਾਸਤੇ ਸ਼ਬਦ ਨੂੰ ਨਹੀਂ ਸੁਣਿਆ, ਗਿਆਨ ਨੂੰ ਨਹੀਂ ਸੁਣਿਆ। ਇਸ ਕਰਕੇ ਆਖਦੇ ਨੇ ਤੇਰਾ ਬੋਲਣਾ ਝੂਠ, ਦੇਖਣਾ ਝੂਠ, ਸੁਣਨਾ ਝੂਠ। ਪਰ ਹਾਂ ਜਿਹੜੇ ਸ਼ਬਦ ਨੂੰ ਸੁਣਦੇ ਨੇ, ਸ਼ਬਦ ਨੂੰ ਸਮਝਦੇ ਨੇ, ਉਹਨਾਂ ਦਾ ਬੋਲ ਅੰਮ੍ਰਿਤ ਵਰਗੇ ਹੁੰਦੇ ਨੇ। ਅੰਮ੍ਰਿਤ ਬੋਲ ਸਦਾ ਮੁਖ ਵੈਣੀ, ਅੰਮ੍ਰਿਤ ਦੇਖੈ ਪਰਖੈ ਸਦਾ ਨੈਣੀ। ਉਹ ਦੇਖਦੇ ਵੀ ਅੰਮ੍ਰਿਤ ਨੇ, ਬੋਲਦੇ ਵੀ ਅੰਮ੍ਰਿਤ ਨੇ, ਉਹ ਸੁਣਦੇ ਵੀ ਅੰਮ੍ਰਿਤ ਦੇ ਬੋਲ ਨੇ। ਤੇ ਪਾਤਸ਼ਾਹ ਅੱਗੇ ਰਹਿਮਤ ਕਰਦੇ ਨੇ, ਨਾਨਕ ਨਾਮ ਸਲਾਹੇ ਤੂੰ ਹੋਰ ਹਉਮੈ ਆਵੋ ਜਾਓ। ਹੀ ਨਾਨਕ ਨਾਮ ਸਲਾਹੇ ਤੂੰ, ਨਾਮ ਨੂੰ ਸਮਝ, ਪ੍ਰਭੂ ਦੇ ਗੁਣਾਂ ਦੀ ਸਿਫਤ ਸਲਾਹ ਕਰ, ਨਾਮ ਦੀ ਵਿਚਾਰ ਕਰ। ਪਰ ਜੇ ਤੂੰ ਇਸ ਨਾਮ ਤੋਂ ਟੁੱਟਿਆ ਹੈ, ਹੋਰ ਹਉਮੈ ਆਵੋ ਜਾਓ, ਬਾਕੀ ਜੋ ਕਰਮ ਨੇ ਉਤੇ ਹਉਮੈ ਦੇ ਨੇ,
ਵਿਖਾਵੇ ਦੀ। ਜਦੋਂ ਸੁਰਤ ਨਾਮ ਵਿੱਚ ਹੁੰਦੀ ਹੈ ਫਿਰ ਸਹਿਜ ਜ਼ਿੰਦਗੀ ਅੰਦਰ ਹੁੰਦਾ ਹੈ, ਟਿਕਾ ਹੁੰਦਾ ਹੈ। ਫਿਰ ਸਾਡੇ ਕਰਮਾਂ ਅੰਦਰ ਹੰਕਾਰ ਨਹੀਂ ਹੁੰਦਾ, ਸਹਿਜ ਸੁਭਾਏ ਕਰਮ ਹੁੰਦੇ ਨੇ, ਕਿਉਂਕਿ ਅੰਦਰ ਸਹਿਜ ਹੈ, ਅੰਦਰ ਟਿਕਿਆ ਹੈ। ਪਰ ਜੇ ਅੰਦਰ ਸਹਿਜ ਨਹੀਂ, ਟਿਕਾ ਨਹੀਂ, ਅਸੀਂ ਬਾਹਰੋਂ ਕਰਮ ਕਰੀ ਜਾ ਰਹੇ ਹਾਂ, ਤੇ ਪਾਤਸ਼ਾਹ ਕਹਿੰਦੇ ਭਾਈ ਉਹ ਕਰਮ ਹਉਮੈ ਦੇ ਹੋਣਗੇ, ਲੋਕ ਵਿਖਾਵੇ ਦੇ ਹੋਣਗੇ, ਲੋਕਾਂ ਨੂੰ ਖੁਸ਼ ਕਰਨ ਵਾਸਤੇ ਹੋਣਗੇ। ਨਾਨਕ ਲੇਖੇ ਇੱਕ ਗੱਲ ਹੋਰ, ਹਉਮੈ ਚਖਣਾ ਝਾਕ। ਇਸ ਕਰਕੇ ਪਾਤਸ਼ਾਹ ਆਖਦੇ ਨੇ ਕਿ ਭਾਈ ਇਸ ਮਨੁੱਖਾ ਜਨਮ ਦੇ ਅੰਦਰ ਜਦੋਂ ਪ੍ਰਭੂ ਦੀ ਪ੍ਰੇਮਾ ਭਗਤੀ ਨੂੰ ਜ਼ਿੰਦਗੀ ਅੰਦਰ ਅਪਣਾਵਾਂਗੇ, ਰੱਬੀ ਗੁਣਾਂ ਨੂੰ, ਰੱਬੀ ਪ੍ਰੇਮ ਨੂੰ ਅਪਣਾਵਾਂਗੇ ਜ਼ਿੰਦਗੀ ਅੰਦਰ, ਰੱਬੀ ਨਾਮ ਨੂੰ ਸਮਝਾਂਗੇ, ਤੇ ਉਦੋਂ ਹੀ ਅਸੀਂ ਇਸ ਜ਼ਿੰਦਗੀ ਦਾ ਪੂਰਨ ਤੌਰ ਤੇ ਆਨੰਦ ਲੈ ਸਕਨੇ ਹਾਂ, ਸੁਖ ਲੈ ਸਕਨੇ ਹਾਂ, ਲਾਹਾ ਲੈ ਸਕਨੇ ਹਾਂ। ਸੋ ਗੁਰੂ ਸਾਹਿਬ ਕਿਰਪਾ ਕਰਨ, ਪੜ੍ਹੀ ਸੁਣੀ ਗੁਰਮਤਿ ਦੀ ਵਿਚਾਰ ਸਾਡੇ ਸਭਨਾਂ ਦੇ ਹਿਰਦਿਆਂ ਵਿੱਚ ਵਸੇ, ਤਾਂ ਕਿ ਹੋ ਸਕਣੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰਿ ਪ੍ਰਭਾਤੀ ਮੇਲੇ। ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।